या अल्लाह जिहड़ी नवाज शरीफ नूं बीमारी नहीं भी ना वो भी ला ते जिहड़ी बीमारी आंदा ना मैनू है वे अल्लाह सोने जे नहीं तो वो भी ला दे। जिहड़ी साडी नानी बनदी भी ना वजीर आला ते साडा पड़नाना जिहड़ा आंदा मैं सीएम बनना ते अगों साडे पड़नाने दा जिहड़ा बहनोई है जिहड़ा सदर पाकिस्तान आंदा मैं बनना। ठीक है असल इन्हां साडा बेड़ा करक इन्हां कीता 8 रन्नां ने दियां गिण के मैं गिना सकना। तारक कुरैशी इत्थे DIG रहा है गुजरांवाला ओहदी इन्ने एक फंक्शन ਦੇ ਵਿੱਚ ਉਹਦੀ ਬੀਬੀ ਵੇਖੀ ਇਸ ਬਗੈਰ ਉਹਦੇ ਕੋਲ ਖੋਲ ਗਈ। ਹੁਣ ਤੇ ਖਾਨ ਨੇ ਸਾਡੀਆਂ ਅੱਖਾਂ ਦਾ ਆਪਰੇਸ਼ਨ ਕਰ ਛੱਡਿਆ ਇਹਨੂੰ ਯੂਦੀ ਆਂਦੇ ਨੇ ਕੋਈ ਬੁੱਢੀ ਨਹੀਂ ਸਾਂਭੀ ਜਾਂਦੀ। ਲੋ ਤੁਸੀਂ ਦਵੋ ਇਹਨੂੰ ਆਪਣੀ ਬੁੱਢੀ ਤੇ ਸਾਂਭੀ ਲਿਆ ਜੇ ਵੇਖਣ ਵਾਲਾ ਸਾਂਭਦਾ ਕਿ ਨਹੀਂ ਸਾਂਭਦਾ। ਮੇਰੇ ਸਾਹਮਣੇ ਫੌਜੀ ਹੋਵੇ ਨਾ ਮੈਂ ਉਹਦੀ ਜੁੱਤੀ ਫੜ ਕੇ ਚੁੰਮਾ। ਮੇਰਾ ਮੁਤਾਲਬਾ ਉਹਨਾਂ ਨਾਲ ਨਹੀਂ मेरी सारी फौज गलत नहीं चलाओगे कि सिर्फ बनाओगे। अगर जे तुसा टिकर बना के ते अपने कोल रखने डिलीट कर देना नहीं ਇਹ ਜਿਹੜੀਆਂ ਉਹਨਾਂ ਗੱਲਾਂ ਕੀਤੀਆਂ ਨੇ ਇਹ ਉਹਨਾਂ ਦੀ ਹੱਦ ਤੱਕ ਨੇ। ਮੈਂ ਆਪਣੀ ਗੱਲ ਕਰਨਾ ਜਿਹੜੇ ਮੀਡੀਆ ਪਰਸਨ ਨੇ ਜਿਹੜੇ ਮੀਡੀਆ ਮਾਲਕਾਨ ਨੇ ਇਹਨਾਂ 7 ਅਰਬ ਰੁਪਈਆ ਲਿਆ ਜਿਹੜੀ 16 ਮਹੀਨੇ ਵਾਲੀ ਗਵਰਨਮੈਂਟ ਹੈ। ਚਲੋ 7 ਤੇ 10 ਫਿਗਰ ਦਾ ਅੱਗਾ ਪਿੱਛਾ ਹੋ ਸਕਦਾ। ਇਹ ਆਂਦੇ ਨੇ ਅਸੀਂ ਰਿਆਸਤ ਦਾ ਇੱਕ ਅਹਿਮ ਪਿਲਰ ਆ ਚੌਥਾ ਸਤੂਨ ਆਪਣੇ ਆਪ ਨੂੰ ਆਂਦੇ ਨੇ। ਦੱਸੋ ਕਿਹੜਾ ਟੀਵੀ ਦਾ ਚੈਨਲ ਹੈ ਜਿਹੜਾ ਇਹ ਚੀਜ਼ ਦੱਸਦਾ ਪਿਆ ਹਾਈਲਾਈਟ ਕਰਦਾ ਪਿਆ। ਕਿਆ ਟੀਵੀ ਚੈਨਲ ਦੇ ਜਿਹੜੇ ਨੁਮਾਇੰਦਗਾਨ ਹੁੰਦੇ ਨੇ ਹਰ ਸ਼ਹਿਰ 'ਚ ਹੁੰਦੇ ਨੇ ਜਦੋਂ ਅਨਾਉਂਸਮੈਂਟ ਹੁੰਦੀ ਹੈ ਫਾਰਮ 45 ਜਿਹੜਾ ਹੈ ਜਾਂ ਫਾਰਮ 47 ਜਿਹੜਾ ਉਹਦੀ ਨਜ਼ਰ 'ਚੋਂ ਗੁਜ਼ਰਦਾ ਨਹੀਂ। ਅਗਰ ਉਹਨੂੰ ਗੁਜ਼ਰਦਾ ਪਿਆ ਤੇ ਉਹ ਮੀਡੀਆ ਮਾਲਕਾਨ ਜਿਹੜੇ ਨੇ ਕਿਆ ਆਪਣੇ ਚੈਨਲਾਂ ਦੇ ਉੱਤੇ ਟਿਕਰ ਚਲਾ ਕੇ ਉਹਨਾਂ ਨੂੰ ਡਿਲੀਟ ਕਿਉਂ ਕਰਦੇ ਨੇ। ਉਹਨਾਂ ਨੂੰ ਵੀ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ। ਖਾਸ ਨਹੀਂ ਨਿਗਰਾਨ ਹਕੂਮਤ ਕੀ ਹੁੰਦੀ ਹੈ ਹਰ ਬੰਦਾ ਤੁਹਾਡੇ ਟੈਕਸ ਦੇ ਪੈਸਿਆਂ ਨਾਲ ਚੱਲਦਾ ਪਿਆ ਕੋਈ ਵੀ ਸਰਕਾਰੀ ਮੁਲਾਜ਼ਮ ਮੀਡੀਆ ਮਾਲਕਾਨ ਨੂੰ ਇਹ ਚਾਹੀਦਾ। ਮੈਂ ਤੁਹਾਡੇ ਤਵੱਸਤ ਦੇ ਨਾਲ ਗੱਲ ਕਰਦਾ ਸੋਸ਼ਲ ਮੀਡੀਆ ਦੇ ਵਾਲੇ ਨਾਲ ਕਿ ਜਿੰਨੇ ਵੀ ਇੰਟਰਨੈਸ਼ਨਲ ਸਾਨੂੰ ਜਿਹੜੇ ਨੇ ਨਾ ਮੀਡੀਆ ਮੈਨ ਜਿਹੜੇ ਨੇ ਸਾਡੇ ਇਹ ਹੁਣ ਤੁਹਾਡੇ ਜਿੰਨੇ ਚੈਨਲ ਨੇ ਉਹਦੇ ਵਿੱਚ ਸਾਫੀ ਹੈ ਉਹਦੇ ਵਿੱਚ ਉਹ ਕਾਮਰਾਨ ਸ਼ਾਹਦ ਹੈ ਉਹ ਇੰਝ ਬੋਲਦਾ ਹੁੰਦਾ ਜਿਵੇਂ ਸਾਰੀ ਜ਼ਿੰਦਗੀ ਉਹਨੇ ਇਸੇ ਟੀਵੀ ਦੇ ਨਾਲ ਹੀ ਚੰਬੜਿਆ ਰਹਿਣਾ। ਉਹ ਅਗਰ ਨਹੀਂ ਸਾਡੇ ਬੰਦਿਆਂ ਦੀ ਨਹੀਂ ਗੱਲ ਅਸੀਂ ਸਾਰੇ ਇੱਕ ਆ। ਅਗਰ ਪਾਕ ਫੌਜ ਹੈ ਨਾ ਤੇ ਇੱਕ ਆਮ ਸਿਪਾਹੀ ਜਿਹੜਾ ਉਹ ਸਾਡੇ ਸਿਰ ਦਾ ਤਾਜ ਹੈ। ਮੇਰੇ ਲੀਡਰ ਨੇ ਇਮਰਾਨ ਖਾਨ ਨੇ ਗੱਲ ਆਖੀ ਹੈ कि मेरा मुल्क तां महफूज है अगर मेरी फौज महफूज है। ये मेरे लीडर का जो ना कौल है वह फरमान है। मेरे मुल्क का एक सिपाही ना जो बार्डर पर खलो के मेरे वास्ते अपनी रात जी काली करता है मैं सौना तो उत्थे पहरा देंदा है। को सौन तो भादरों आना एडा एडा मोटा मच्छर होना जो उन्हें लड़ाना है वो मेरे सामने फौजी होवे ना मैं उसकी जुत्ती फड़ के चुम्मा। मेरा मुतालबा उन्होंने नाल नहीं मेरी सारी फौज गलत नहीं मेरे चंद वो ना करदा जेड़े उस अदारे नूं लीड करने वाले लोग ने ते गौर करन कि मुस्लिम उम्मा ने जो फैसला दिता है क्या आया है फैसला दुरुस्त है या गलत है। 4 लाख फौजियां ने पाकिस्तान की देख रहे हो 10 दिन तो कोई वजीर आजम नहीं वजीर आजम अनाउंस होना या ना होना हर बंदे वास्ते जड़ा ना ये तो सोचना चाहिए। जिन्ने भी लोग सन इमरान खान आंदा सी मीर जाफर ते मीर सादक ते ये कहना जुर्म सी मौलाना फजल रहमान खुल के आंदा पिया हुण एक दूसरे नूं गालां पे कढ़दे ने ओनू पे आंदा कि बेकरार है इमरान खान नूं मिलण वास्ते ਉਹਨੂੰ ਬਿਆਨਦਾ ਰਾਤ ਦੇ ਹਨੇਰੇ 'ਚ ਛੁਪ ਛੁਪ ਕੇ ਆਂਦੇ ਨੇ ਅਸੀਂ ਮਿਲੀਏ। ਮੇਰੇ ਲੀਡਰ ਨੇ ਗੱਲ ਆਖੀ ਸੀ ਪਹਿਲੀ ਗੱਲ ਇਹ ਆਖੀ ਸੀ ਕਿ ਜਿੱਦਣ ਮੈਂ ਆਵਾਂਗਾ ਤੇ ਇਕੱਠੇ ਹੋ ਜਾਣਗੇ ਇਹ ਸਾਰੇ ਚੋਰ ਇਕੱਠੇ ਹੋ ਗਏ। ਉਸ ਤੋਂ ਬਾਅਦ ਮੇਰੇ ਲੀਡਰ ਨੇ ਵੀ ਗੱਲ ਆਖੀ ਸੀ ਕਿ ਮੈਨੂੰ ਇਹ ਅੰਦਰ ਘੱਲਣਗੇ ਮੈਨੂੰ ਨਾਅਹਲ ਕਰਨਗੇ ਉਹ ਚੋਰ ਨੂੰ ਲਿਆਉਣਗੇ। ਉਹ ਚੋਰ ਆਇਆ ਹੁਣ ਇਹ ਚੋਰ ਆਪਸ 'ਚ ਪਾਟਣ ਡਏ ਨੇ। ਹੁਣ ਉਹ ਲੇਲਾ ਜਿਹੜਾ ਚੋਰੀ ਦਾ ਨਾ ਚੋਰੀ ਕੀਤਾ ਹੈ ਨਾ ਕੋਈ ਫਿਫੜਿਆਂ ਤੋਂ ਲੜਦਾ ਪਿਆ ਕੋਈ ਕਲੇਜੀ ਤੋਂ ਪਿਆ ਲੜਦਾ ਕੋਈ ਲੱਤਾਂ ਖਿੱਚਦਾ ਪਿਆ। ਅਸਲ ਸਾਨੂੰ ਸੋਚਣਾ ਚਾਹੀਦਾ ਆਵਾਮ ਨੂੰ ਕਿ ਅਸੀਂ ਇਹਨਾਂ ਲੋਕਾਂ ਨੂੰ ਸਾਡੇ ਬਜ਼ੁਰਗਾਂ ਨੇ ਜਿਹੜੀ ਗੱਲ ਕੀਤੀ ਹੈ ਗੱਲ ਸਾਹਮਣੇ ਆ ਰਹੀ ਹੈ ਲੇਲਾ ਸਾਡਾ ਨਹੀਂ ਪਈਆ ਸੀ ਨਹੀਂ ਕੀਤਾ ਇਸ ਨਹੀਂ ਲੇਲਾ ਕੌਣ ਹੈ ਲੇਲਾ ਤੁਸੀਂ ਹੋ ਮੈਂ ਆਵਾਮ ਲੇਲਾ ਜਿਹਨੇ ਸਾਨੂੰ ਲੇਲਾ ਸਮਝਿਆ। ਕਿਹੜੀਆਂ ਕਿਹੜੀਆਂ ਜਮਾਤਾਂ ਨੇ ਇਸ ਮੁਲਕ ਦਾ ਕਿਹੜਾ ਕਿਹੜਾ ਖਿਲਵਾੜ ਨਹੀਂ ਕੀਤਾ। ਕੋਈ ਇਸਲਾਮੀ ਰੂਪ ਧਾਰ ਕੇ ਆ ਗਿਆ ਕੋਈ ਸਮਾਜੀ ਰੂਪ ਧਾਰ ਕੇ ਆ ਗਿਆ ਕੋਈ ਸੋਸ਼ਲਿਜ਼ਮ ਦੇ ਹਵਾਲੇ ਨਾਲ ਆ ਗਿਆ। ਵੇਖਣਾ ਇਸ ਗੱਲ ਨੂੰ ਕਿ ਇਸ ਕੌਮ ਦਾ ਸਕਾ ਕਿਹੜਾ ਹੈ ਇਸ ਕੌਮ ਵਾਸਤੇ ਗੱਲ ਕਿਹੜਾ ਬੰਦਾ ਕਰਦਾ ਹੈ। 70 ਸਾਲ ਦੇ ਵਿੱਚ ਇਹ ਛੋਟਾ ਜਿਹਾ ਸ਼ਹਿਰ ਹੈ ਮੇਰਾ ਇਸ ਸ਼ਹਿਰ ਦੇ ਵਿੱਚ ਸਾਡੀ ਨਾਨੀ ਬਣਦੀ ਵੀ ਨਾ ਵਜ਼ੀਰ ਆਲਾ ਤੇ ਸਾਡਾ ਪੜਨਾਨਾ ਜਿਹੜਾ ਆਂਦਾ ਮੈਂ ਸੀਐਮ ਬਣਨਾ ਤੇ ਅੱਗੋਂ ਸਾਡੇ ਪੜਨਾਨੇ ਦਾ ਜਿਹੜਾ ਬਹਿਨੋਈ ਹੈ ਜਿਹੜਾ ਸਦਰ ਪਾਕਿਸਤਾਨ ਆਂਦਾ ਮੈਂ ਬਣਨਾ। ਠੀਕ ਹੈ ਅਸਲ ਇਹਨਾਂ ਸਾਡਾ ਬੇੜਾ ਕਰਕੇ ਨਾ ਕੀਤਾ। ਇਹ ਸਕੂਲ ਹੈ ਗਵਰਨਮੈਂਟ ਕ੍ਰਿਸਚਨ ਹਾਈ ਸਕੂਲ ਤੇ ਗਵਰਨਮੈਂਟ ਹਾਈ ਸਕੂਲ। ਮੁਝੇ ਕਿਉਂ ਬੁਲਾਇਆ ਨਹੀਂ ਉਹਨੂੰ ਛੱਡੋ ਮੁਝੇ ਕਿਉਂ ਨਿਕਾਲਣਾ ਮੁਝੇ ਵੇਖੋ ਜਿੰਨੀ ਉਹਦੇ ਕੋਲ ਦੌਲਤ ਹੈ ਨਾ ਤੁਸੀਂ ਇੰਜੋਇਮੈਂਟ ਵਾਸਤੇ ਸਾਲ 'ਚ ਇੱਕ ਦਿਨ ਮਰੀ ਕਗਾਨ ਨਰਾਨ ਸਵਾਤ ਗਿਲਗਿਤ ਜਾਂਦੇ ਹੋ ਆਊਟਿੰਗ ਵਾਸਤੇ ਆਪਣੀ ਜ਼ਿਹਨ ਨੂੰ ਫਰੈਸ਼ ਕਰਨ ਵਾਸਤੇ। ਉਹ ਇੱਥੋਂ ਪੈਸੇ ਲੁੱਟ ਕੇ ਤੇ ਜ਼ਿਹਨ ਨੂੰ ਫਰੈਸ਼ ਕਰਨ ਵਾਸਤੇ ਲੰਡਨ ਗਿਆ ਬਹਾਨਾ ਬਣਾਇਆ ਉਹਨੇ ਮੇਰੇ ਪਲੇਟਲੈਟਸ ਪੇ ਗਿਰਦੇ ਨੇ। ਠੀਕ ਹੈ ਵੇਖੋ ਅੱਲਾਹ ਪਾਕ ਨੇ ਉਹਨੂੰ ਉੱਥੇ ਵੀ ਸਕੂਨ ਨਹੀਂ ਲੈਣ ਦਿੱਤਾ। ਤੁਹਾਡੇ ਵਰਗੇ ਮੇਰੇ ਵਰਗੇ ਜਿਹੜੇ ਐਜੂਕੇਸ਼ਨ ਦੇ ਵੀਜ਼ਿਆਂ ਤੇ ਪੜ੍ਹਨ ਗਏ ਨੇ ਨਾ ਉਹ ਇਤਵਾਰ ਦੀ ਰਾਤ ਨੂੰ ਕਾਫੀ ਪੀਣ ਦੇ ਬਹਾਨੇ ਚਾਹ ਪੀਣ ਦੇ ਬਹਾਨੇ ਨਿਕਲਦੇ ਨੇ। ਤੂੰ ਆਂਦੇ ਨੇ ਆਓ ਹੁਣ ਥੱਲੇ ਕਰ ਲਈਏ ਇਹਨੂੰ ਹਜ਼ਮ ਕਰ ਲਈਏ। ਉਹਦੇ ਬੂਹੇ ਦੇ ਬਾਹਰ ਖਲੋ ਕੇ ਆਂਦੇ ਨੇ ਚੋਰ ਓਏ ਉਹ ਚੋਰ ਓਏ ਲੱਖ ਦੀ ਲਾਹਨਤ ਉਸ ਦੌਲਤ ਤੇ
ਦੁਆ ਇਹ ਕਰੋ ਕਿ ਅੱਲਾ ਉਹ ਦੌਲਤ ਦਵੇ ਹੀ ਨਾ ਜਿਹਦੇ ਸਕੂਨ ਬੰਦੇ ਦਾ ਗਾਰਤ ਹੋ ਜਾਏ। ਅੱਲਾ ਕੇ ਦੁਆ ਕਰੋ ਕਿ ਯਾ ਅੱਲਾ ਤੂੰ ਟਾਈਮਾਂ ਦਾ ਤੂੰ ਮਾਲਕ ਹੈ। ਤੀਸਰਾ ਟਾਈਮ ਅਸਾਂ ਕੋਲੋਂ ਬਣਾਇਆ, ਜਿੰਨੀ ਕੋਈ ਇਹਨਾਂ ਕੋਲ ਦੌਲਤ ਹੈ, ਦੌਲਤ ਇਹਨਾਂ ਬਣਾਈ ਕਿ ਸਾਰੀ ਜ਼ਿੰਦਗੀ ਅਸੀਂ ਇਕਤਦਾਰ 'ਚ ਰਹੀਏ ਤੇ ਇਸ ਆਵਾਮ ਨੂੰ ਅਸੀਂ ਜਿਹੜਾ ਨਾ ਬੇਵਕੂਫ ਬਣਾਉਂਦੇ ਰਹੀਏ। ਅਸੀਂ ਬੇਵਕੂਫ ਹੁਣ ਉਹ ਟਾਈਮ ਨਹੀਂ। ਹੁਣ ਤੇ ਖਾਨ ਨੇ ਸਾਡੀਆਂ ਅੱਖਾਂ ਦਾ ਆਪਰੇਸ਼ਨ ਕਰ ਛੱਡਿਆ। ਸਿਹਤ ਕਾਰਡ ਤੇ ਮੈਂ ਨਾ ਸਾਡੀਆਂ ਅੱਖਾਂ ਦਾ ਆਪਰੇਸ਼ਨ ਕਰ ਦਿੱਤਾ ਉਹਨੇ। ਬੇਫਾਮ ਦਾ ਪਤਾ ਸੀ, ਹੋਰ ਕਿਸੇ ਚੀਜ਼ ਦਾ ਨਹੀਂ ਪਤਾ ਸਾਨੂੰ ਇਸ ਤੋਂ ਅੱਗੇ ਇਸ ਕੌਮ ਨੂੰ ਇਸ ਚੀਜ਼ ਹੁਣ ਸੋਚਣਾ ਚਾਹੀਦਾ ਕਿ ਕੌਮ ਯਕਜਾ ਕਿਵੇਂ ਅਸਾਂ ਹੋਣਾ ਹੈ। ਅਸੀਂ ਇਸ ਨਹੀਂ ਹਜੇ ਵੀ ਨਹੀਂ ਹੋਈ। ਅੱਜ ਸਾਡੇ ਕਾਫੀ ਦਾਨਸ਼ਵਰ ਕਹਿ ਰਹੇ ਨੇ ਕਿ ਯਕਜਾ ਹੋਣ ਵਾਸਤੇ ਇਮਰਾਨ ਖਾਨ ਨੂੰ ਨਵਾਜ਼ ਸ਼ਰੀਫ ਤੇ ਜ਼ਰਦਾਰੀ ਨਾਲ ਬਹਿ ਜਾਣਾ ਚਾਹੀਦਾ। ਨਹੀਂ, ਦੇਖੋ ਮੈਂ ਤੁਹਾਨੂੰ ਚੋਰ ਆਖਾਂ, ਸਹੀ ਮੈਂ ਤੁਹਾਨੂੰ ਚੋਰ ਕੱਲ ਤੱਕ ਮੈਂ ਚੋਰ ਆਖਾਂ, ਅੱਜ ਮੈਨੂੰ ਇਕਤਦਾਰ ਲੱਭਦਾ ਚੋਰਾਂ ਦੇ ਜ਼ਰੀਏ ਤੇ ਮੈਨੂੰ ਕਦੀ ਵੀ ਨਹੀਂ ਬਹਿਣਾ ਚਾਹੀਦਾ। ਪਾਕਿਸਤਾਨ ਬਚਾਉਣ ਵਾਸਤੇ ਬਹਿ ਜਾਣਾ ਚਾਹੀਦਾ। ਪਾਕਿਸਤਾਨ ਨੂੰ ਹੁੰਦਾ ਕੀ ਹੈ ਪਿਆ? ਕੀ ਹੋਇਆ ਪਾਕਿਸਤਾਨ ਨੂੰ? ਬੇਸ਼ੱਕ ਨਹੀਂ ਕਿੰਨੇ ਬਣਾਇਆ ਸੀ? ਕਿੰਨੇ ਬਣਾਇਆ? ਮੇਰੀ ਗੱਲ ਸੁਣੋ, ਇਹ ਮੇਰਾ ਸ਼ਹਿਰ ਹੈ। ਇੱਕ ਮਿੰਟ ਜੀ, ਮੈਂ ਏਡਾ ਪੜਿਆ ਲਿਖਿਆ ਨਹੀਂ। ਇਹ ਮੇਰਾ ਛੋਟਾ ਜਿਹਾ ਸ਼ਹਿਰ ਹੈ। ਗੁਜਰਾਂਵਾਲੇ ਤੋਂ ਫਰੂਟ ਦੀਆਂ ਰੇੜੀਆਂ ਰਾਤ ਨੂੰ ਆਉਂਦੀਆਂ ਨੇ ਇੱਥੇ। ਅੱਜ ਤੋਂ 10 ਸਾਲ ਪਿੱਛੇ ਟੁਰ ਜਾਓ ਨਾ ਤੇ ਫਰੂਟ ਵਾਲੀ ਰੇੜੀ ਕੋਈ ਨਹੀਂ ਸੀ ਆਉਂਦੀ। ਤੇ ਇਹ ਸਾਰਾ ਸ਼ਹਿਰ ਇੰਜ ਕਰਕੇ ਨਾ ਜੀਟੀ ਰੋਡ ਤੇ ਨਹਿਰ ਦੇ ਪੁਲ ਤੇ ਅੰਦਰੂਨ ਸ਼ਹਿਰ ਰੇੜੀਆਂ ਹੀ ਰੇੜੀਆਂ ਹੁੰਦੀਆਂ ਨੇ, ਫਰੂਟ ਦੀਆਂ, ਸੇਬ ਦੀਆਂ, ਕੇਲਿਆਂ ਦੀਆਂ। ਤੇ ਇਹ ਛੋਟਾ ਜਿਹਾ ਸ਼ਹਿਰ ਹੈ ਜਿਹੜਾ ਸਾਨੂੰ ਟੀਕਾ ਲਾਉਂਦੇ ਨੇ ਮਈਸ਼ਤ ਦਾ। ਇਹ ਆਪਣੀ ਮਈਸ਼ਤ ਠੀਕ ਕਰਦੇ ਨੇ। ਇਹ ਛੋਟਾ ਜਿਹਾ ਸ਼ਹਿਰ ਸਾਰੀਆਂ ਰੇੜੀਆਂ ਦਾ ਸੌਦਾ ਖਰੀਦ ਕੇ ਘਰ ਖੜਦਾ ਹੈ। ਗਰੀਬ ਕੌਣ ਹੈ? ਇਹ ਗਰੀਬ ਨੇ, ਅਸੀਂ ਗਰੀਬ ਨਹੀਂ। ਇਹ ਸਾਨੂੰ ਜ਼ਿਹਨੀ ਗਰੀਬ ਕਰਨਾ ਚਾਹੁੰਦੇ ਨੇ। ਅਸੀਂ ਅਲਹਮਦੁਲਿਲਾ ਆਪਣੀ ਦਿਹਾੜੀ ਲਾਉਂਦੇ ਹਾਂ, ਖਾਂਦੇ ਹਾਂ। ਯਾ ਅੱਲਾ ਤੇਰਾ ਸ਼ੁਕਰ ਹੈ। ਇਹਨਾਂ ਨੂੰ ਇਹ ਹੀ ਹੈ ਮੋਟਰਵੇ ਇੱਧਰੋਂ ਦੀ ਇੰਜ ਨੂੰ ਕੱਢ ਦੇਵੋ, ਇੱਧਰੋਂ ਦੀ ਇੰਜ ਨੂੰ ਕੱਢ ਦਿਓ, ਇਹਦੇ ਜੋ ਕਮਿਸ਼ਨਾਂ ਖਾਓ। ਇਹ ਹੁਣ ਮੈਂ ਤੁਹਾਨੂੰ ਪੜ੍ਹੀ ਲਿਖੀ ਗੱਲ ਦੱਸਣਾ, ਇਹ ਤੁਹਾਡਾ ਮੁਲਕ ਜ਼ਰਾਤ ਪੇਸ਼ਾ ਹੈ, ਜ਼ਰਈ ਮੁਲਕ ਹੈ। ਕਣਕ ਤੇ ਮੂੰਜੀ ਇਹ ਤੁਹਾਡੀ ਅਹਿਮ ਜੋਜ਼ ਹੈ ਜ਼ਿੰਦਗੀ ਦੀ। ਉੱਥੋਂ ਲੱਗ ਕੇ ਨਾ ਸੰਭੜਿਆਲ ਤੋਂ ਤੇ ਸਕੀਆਂ ਪੁਲ ਤੱਕ 1.25 ਲੱਖ ਏਕੜ ਤੁਹਾਡੀ ਜ਼ਮੀਨ ਜਿਹੜੀ ਇਸ ਮੋਟਰਵੇ ਦੀ ਜ਼ਦ 'ਚ ਆ ਗਈ ਹੈ, ਇਹਦੀ ਨਜ਼ਰ ਹੋ ਗਈ ਹੈ। ਜ਼ਰਾਤ ਵੀ ਕਿਸੇ ਹੋਰ ਨੂੰ ਦੇ ਕੇ ਦੇ ਦਿੱਤੀ ਹੈ। ਨਹੀਂ ਤੇ ਇਹਦੇ ਤੇ ਕੌਮ ਕਿਉਂ ਨਹੀਂ ਯਕਜਾ ਹੁੰਦੀ? ਇਹ ਜਿਹੜੇ ਮੀਡੀਆ ਪਰਸਨ ਨੇ, ਮੀਡੀਆ ਮੈਨ ਨੇ, ਇਹ ਕਿੱਥੇ ਨੇ? ਕਿਹੜਾ ਇਸ਼ੂ ਇਹਨਾਂ ਰੇਜ਼ ਕਰਨਾ? ਇਹ ਜਿਹੜਾ ਜਵੇਦ ਚੌਰੀ ਆਂਦਾ ਲੱਖੋਂ ਕਰੋੜੋਂ ਦਰੂਦੋ ਸਲਾਮ ਨਬੀ ਕਰੀਮ अलैहिस्सलाम की ज़ात पर सल्लल्लाहु अलैहि वसल्लम। ਉਹਨੂੰ ਇਹ ਨਹੀਂ ਪਤਾ ਕਿ ਮੈਂ ਦਰੂਦ ਤੇ ਨਬੀ ਦੀ ਜ਼ਾਤ ਤੇ ਪੜ੍ਹਨਾ ਪਿਆ ਤੇ ਮੁਲਕ ਦਾ ਬੇੜਾ ਗਰਕ ਨਾਲ ਮੈਂ ਜਿਹੜਾ ਉਹ ਨਹੀਂ ਪਤਾ ਦੱਸਦਾ। ਉਹ ਦਰੂਦ ਕਾਹਦਾ ਪੜ੍ਹਦਾ? ਉਹ ਦਰੂਦ ਤੇ ਇੱਕ ਹਿੰਦੂ ਵੀ ਪੜ੍ਹਦਾ ਪਿਆ ਜਿਹਨੂੰ ਅੱਲਾਹ ਨੇ ਸ਼ਊਰ ਦਿੱਤਾ ਹੈ ਕਿ ਹਿੰਦੂ ਹੈ। ਸਿਰਫ ਉਹ ਟੈਗ ਹੈ ਕਿ ਚਾਹੁੰਦੇ ਹੋ ਤਾਂ ਵੀ ਇਮਰਾਨ ਰਿਆਜ਼ ਦਾ ਹਾਲ ਹੋਵੇ। ਕੀ ਨਹੀਂ ਕੀ ਹੋਇਆ ਇਮਰਾਨ ਰਿਆਜ਼ ਨੂੰ? ਬਜ਼ੁਰਗਾਂ ਨੇ ਇੱਕ ਗੱਲ ਕੀਤੀ ਸੀ ਕਿ ਮੌਤ ਜਿਹੜੀ ਉਹ ਟੱਲ ਹੈ, ਜ਼ਿੰਦਗੀ ਮੌਤ ਦੀ ਮੁਹਾਫਜ਼ ਹੈ। ਜ਼ਿੰਦਗੀ ਮੌਤ ਦੀ ਮੁਹਾਫਜ਼ ਹੈ। ਮੌਲਾ ਮੁਸ਼ਕਿਲ ਕੁਸ਼ਾ ਕਰਮ ਅੱਲਾਹ ਵਜੁਲ ਕਰੀਮ ਦਾ ਫਰਮਾਨੇ ਵਾਲੀ ਸ਼ਾਨ ਹੈ ਕਿ ਮੌਤ ਜਿਹੜੀ ਹੈ ਜ਼ਿੰਦਗੀ ਇਹਦੀ ਮੁਹਾਫਜ਼ ਹੈ। ਠੀਕ ਹੈ, ਮੇਰੀ ਇੱਥੇ ਲਿਖੀ ਹੈ ਨਾ ਤੇ ਇੱਥੇ ਹੀ ਆ ਜਾਣੀ ਹੈ। ਤੇ ਜਿੰਨਾ ਜ਼ਿਕਰ ਮੇਰੀ ਮੌਤ ਦਾ ਮਾਲਕ ਮੇਰਾ ਰੱਬ ਹੈ, ਤੁਸੀਂ ਨਹੀਂ। ਤੇ ਜੇ ਮੇਰਾ ਉਧਰੋਂ ਕੰਮ ਤਮਾਮ ਹੋ ਗਿਆ ਨਾ ਤਾਂ ਦੁਨੀਆ ਦਾ ਕੋਈ ਕੈਪਸੂਲ, ਕੋਈ ਟੀਕਾ, ਇਹਦੇ ਰੋਜ਼ ਪਲੇਟਲੈਟਸ ਡਿੱਗਦੇ ਹਨ। ਚੁਗਤਾਈ ਲੈਬ ਤੋਂ ਇਹਨੇ ਰਿਪੋਰਟ ਬਣਵਾਈ ਹੈ ਤੇ ਡਾਕਟਰ ਫੈਸਲ ਨੂੰ ਤੇ ਯਾਸਮੀਨ ਰਾਸ਼ਦ ਨੂੰ ਇਹ ਮੋਰ ਦੇ ਇਲਜ਼ਾਮ ਠਹਿਰਾਉਂਦੇ ਨੇ। ਛੋਟੇ ਮੀਆਂ ਦੀ ਵੀ ਕਮਰ ਦਰਦ ਰਹਿੰਦੀ ਸੀ। ਸਾਰਾ ਕੁਝ ਹੀ ਹੁੰਦਾ ਸੀ ਇਹਨਾਂ ਦਾ। ਉਹ 8-8 ਦਾ ਰੰਨਾ ਇਹਨਾਂ ਬਗੈਰਤਾਂ ਕੀਤੀਆਂ ਨੇ। 8 ਰੰਨਾਂ ਨੇ ਦੀਆਂ ਗਿਣ ਕੇ ਮੈਂ ਗਿਣਾ ਸਕਣਾ। ਤਾਰਕ ਕੁਰੈਸ਼ੀ ਇੱਥੇ DIG ਰਿਹਾ ਹੈ ਗੁਜਰਾਂਵਾਲਾ। ਉਹਦੀ ਇਹਨੇ ਇੱਕ ਫੰਕਸ਼ਨ ਦੇ ਵਿੱਚ ਉਹਦੀ ਬੀਬੀ ਵੇਖੀ ਹੈ ਇਸ ਬਗੈਰਤ ਨੇ ਕੋਈ ਖੋਲ ਲਈ ਹੈ। ਇਹ ਕੁੱਤੇ ਦੇ ਪੁੱਤਰ ਜਿਹੜੇ ਇਹਨਾਂ ਦੇ ਨਾਲ ਬਹਿ ਕੇ ਇਹਨਾਂ ਦੇ ਸਪੋਕਸ ਪਰਸਨ ਨੇ ਜਿਹੜੇ ਰਾਤ ਨੂੰ ਇਸਲਾਮ ਦਾ ਭਾਸ਼ਣ ਦਿੰਦੇ ਨੇ, ਇਹਨੂੰ ਯਹੂਦੀ ਆਂਦੇ ਨੇ ਕੋਈ ਬੁੱਢੀ ਨਹੀਂ ਸਾਂਭੀ ਜਾਂਦੀ। ਲੋ ਤੁਸੀਂ ਦਵੋ ਇਹਨੂੰ ਆਪਣੀ ਬੁੱਢੀ ਤੇ ਸਾਂਭੀ ਲਿਆ ਜੇ ਵੇਖਿਆ ਜੇ ਵਾਲਾ ਸਾਂਭਦਾ ਕਿ ਨਹੀਂ ਸਾਂਭਦਾ। ਮੈਂ ਗੱਲ ਕਰਨਾ, ਅਸੀਂ ਇਲਜ਼ਾਮ ਸਿਰਫ ਇਲਜ਼ਾਮ ਬਰਾਏ ਇਲਜ਼ਾਮ ਕਰ ਦਿੰਦੇ ਆ। ਬੇਟਾ 715 ਬਿਲੀਅਨ ਡਾਲਰ ਇਹਦਾ ਬੈਲੈਂਸ ਹੈ ਇਸ ਕੁੱਤੇ ਦਾ, ਨਵਾਜ਼ ਸ਼ਰੀਫ ਦਾ 715 ਬਿਲੀਅਨ ਡਾਲਰ। ਤੇ ਅਸਾਂ ਕਰਜ਼ਾ ਕਿੰਨਾ ਦੇਣਾ? 125 ਬਿਲੀਅਨ। ਉਹ ਉਹਨਾਂ ਨੇ ਮਿਹਨਤ ਨਾਲ ਕਮਾਇਆ, ਤੁਹਾਨੂੰ ਕਿਵੇਂ ਦੇ ਦੇਣਾ? ਆਏ ਤਾਂ ਗੱਲ ਮਿਹਨਤ ਬੜੀ ਉਹਨਾਂ ਕੀਤੀ, ਪੂਰੇ ਖਾਨਦਾਨ ਨੇ ਕੀਤੀ, ਇਤਫਾਕ ਕੁੜੀਆਂ ਨੇ ਵੀ ਕੀਤੀ ਹੈ, ਮੁੰਡਿਆਂ ਨੇ ਵੀ ਕੀਤੀ ਦੁਆ ਹੈ। ਕਰੋ ਕਿ ਯਾ ਅੱਲਾ ਜਿਹੜੀਆਂ ਨਵਾਜ਼ ਸ਼ਰੀਫ ਆਂਦਾ ਸੀ ਨਾ ਮੈਨੂੰ ਇਹ ਟਿੱਕਰ ਮੇਰਾ ਚਲਾਇਓ ਜੇ, ਸਾਰਾ ਨਾ ਚਲਾਓ, ਇਹ ਚਲਾਇਓ ਜੇ। ਅੱਲਾ ਯਾ ਅੱਲਾ ਨਵਾਜ਼ ਸ਼ਰੀਫ ਜਿਹੜੀਆਂ ਬਿਮਾਰੀਆਂ ਆਂਦਾ ਸੀ ਨਾ ਮੌਲਾ ਮੈਨੂੰ ਲੱਗੀਆਂ ਨੇ। ਅੱਲਾ ਸੋਹਣਾ ਮੇਰੇ ਕੋਲ ਜਿਹੜੇ ਮੇਰੀ ਗੱਲ ਨੂੰ ਮੰਨਦੇ ਹੋ ਉਹ ਮੇਰੇ ਨਾਲ ਹੱਥ ਚੁੱਕੋ ਤੇ ਸਾਰਿਆਂ ਦੀ ਵੀਡੀਓ ਬਣਾਓ। ਯਾ ਅੱਲਾ ਜਿਹੜੀ ਨਵਾਜ਼ ਸ਼ਰੀਫ ਨੂੰ ਬਿਮਾਰੀ ਨਹੀਂ ਵੀ ਨਾ ਉਹ ਵੀ ਲਾ। ਆਮੀਨ। ਤੇ ਜਿਹੜੀ ਬਿਮਾਰੀ ਆਂਦਾ ਨਾ ਮੈਨੂੰ ਹੈ ਵੇ ਅੱਲਾ ਸੋਹਣਾ ਜੇ ਨਹੀਂ ਤੇ ਉਹ ਵੀ ਲਾ ਦੇ। ਤੇ ਮੇਰੇ ਅੱਲਾ ਦੇ ਹੁਕਮ ਨਾਲ, ਮੇਰੇ ਅੱਲਾ ਤੇ ਪੰਜਤਰ ਪਾਕ ਦੇ ਸਦਕੇ 5 ਤੋਂ 6 ਮਹੀਨਿਆਂ ਦਾ ਮਹਿਮਾਨ ਹੈ। ਇਹਨੇ ਐਸੇ ਸਦਮੇ ਨਾਲ ਹੀ ਮਰ ਜਾਣਾ। ਨਾ ਇਹ ਜ਼ਲੀਲ ਹੋ ਕੇ ਮਰੇਗਾ। ਮੇਰੀ ਗੱਲ ਯਾਦ ਰੱਖੋ, ਇਹ ਜ਼ਾਲਮ ਆਦਮੀ ਹੈ, ਆਰਾਮ ਦੀ ਮੌਤ ਨਹੀਂ ਮਰ ਸਕਦਾ। ਇਹ ਮੇਰਾ ਅੱਲਾ ਤੇ ਈਮਾਨ ਹੈ ਡਾਕੂ। ਇਹ ਗੱਲ ਮੇਰੀ ਯਾਦ ਰੱਖਿਆ ਜੇ। ਇਹ ਜ਼ਲੀਲ ਹੋ ਕੇ ਮਰੇਗਾ ਪੂਰਾ ਖਾਨਦਾਨ। ਹਦਾਇਤ ਉਹਦੇ ਲਈ ਦੁਆ ਕਰੀ ਦੀ ਜਿਹੜਾ ਖਤਮ ਨਬੂਵਤ ਤੇ ਜਿਹਨੇ ਡਾਕਾ ਨਾ ਮਾਰਿਆ ਹੋਵੇ। ਗਾਜ਼ੀ ਮੁਮਤਾਜ਼ ਹੁਸੈਨ ਕਾਦਰੀ ਦਾ ਕਾਤਲ ਹੈ। ਗਾਜ਼ੀ ਮੁਮਤਾਜ਼ ਹੁਸੈਨ ਕਾਦਰੀ ਦਾ ਕਾਤਲ ਹੈ। ਜਿਹੜੇ ਇਸਲਾਮ ਦੇ ਜਿਹੜੇ ਬਹੁਤੇ ਚੈਂਪੀਅਨ ਇਹਨੂੰ ਦਿੰਦੇ ਨੇ ਨਾ ਬਣਾ ਕੇ ਸਰਟੀਫਿਕੇਟ ਕਿ ਇਸਲਾਮ ਦਾ ਦਾਈ ਹੈ ਤੇ ਇਸਲਾਮ ਦਾ ਮੁਹਾਫਿਜ਼ ਹੈ, ਕਿਸੇ ਵੀ ਮੌਕੇ ਤੇ ਬਹਿ ਕੇ ਗੱਲ ਕਰ ਲੈਣ। ਇਹਦੇ ਦੌਰੇ ਹਕੂਮਤ 'ਚ ਗਾਜ਼ੀ ਮੁਮਤਾਜ਼ ਹੁਸੈਨ ਕਾਦਰੀ ਨੂੰ ਫਾਂਸੀ ਲੱਗੀ ਸੀ ਤੇ ਗਾਜ਼ੀ ਮੁਮਤਾਜ਼ ਹੁਸੈਨ ਕਾਦਰੀ ਨੇ
ਸਲਮਾਨ ਤਸੀਰ ਨੂੰ ਗੋਲੀ ਮਾਰੀ ਸੀ ਪੀਪਲ ਪਾਰਟੀ ਦੇ ਦੌਰ 'ਚ ਤੇ ਪੀਪਲ ਪਾਰਟੀ ਦਾ ਉਹ ਗਵਰਨਰ ਸੀ। ਜੇ ਉਹਨਾਂ ਫਾਂਸੀ ਦੇਣੀ ਹੁੰਦੀ ਤਾਂ ਆਪਣੇ ਦੌਰੇ ਹਕੂਮਤ ਕਿਉਂ ਦੇ ਸਕਦੇ ਸਨ? ਇਹਦੀ ਇਹ ਬਦਬਖਤੀ ਹੈ। ਇਸ ਤੋਂ ਛੋਟੀ ਬਦਬਖਤੀ ਕੀ ਹੈ ਕਿ ਇਹਦੇ ਐਮਐਨਏ ਵੀ ਬੜੀ ਸਪੀਡ ਨਾਲ ਚਲਾਇਆ ਗਿਆ ਸੀ। ਠੀਕ ਹੈ, ਸਾਲ ਬਾਅਦ ਕਰੋਨਾ ਆ ਗਿਆ 2 ਤੋਂ 2.5 ਸਾਲ ਕਰੋਨਾ ਚ ਲੰਘੇ ਨੇ। ਪੂਰੀ ਦੁਨੀਆ ਨੇ ਕੀ ਕਿਹਾ 3 ਮੁਲਕ ਨੇ ਪਾਕਿਸਤਾਨ ਉਹਨਾਂ ਦੇ ਵਿੱਚ ਸ਼ਾਮਲ ਹੈ। ਸਭ ਤੋਂ ਬਿਹਤਰੀਨ ਹੈਂਡਲ ਕਰੋਨਾ ਚ ਪਾਕਿਸਤਾਨ ਨੇ ਕੀਤਾ। ਇਕਾਨਮੀ ਦਿਹਾੜੀ ਕਿੱਥੇ ਗਈ ਹੈ 6.2 ਦੇ, ਅੱਜ ਦਿਹਾੜੀ ਇਕਾਨਮੀ ਕਿਤੇ 1 ਪੁਆਇੰਟ ਬਲਕਿ ਮਾਈਨਸ 'ਚ ਸਹੀ ਸ਼ੋ ਨਹੀਂ ਕਰਦੇ, ਸਹੀ ਦੱਸਦੇ ਨਹੀਂ, ਮਾਈਨਸ 'ਚ ਛੱਡ ਕੇ ਗਏ ਨੇ। ਅੱਗੋਂ ਫਿਰ ਉਹਨਾਂ ਨੂੰ ਮਸਲਤ ਕਰਨ ਦੇ ਨੇ।